ਸਤਿ ਸ਼੍ਰੀ ਅਕਾਲ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਰਚਨਾ ਸੇਵਕ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ। ਨਜ਼ਰ ਪਾਉਂਦੇ ਹਾਂ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ ਤੇ। ਕੈਨੇਡਾ 'ਚ ਪੰਜਾਬੀਆਂ ਦਾ ਸਿਰ ਫਖਰ ਨਾਲ ਹੋਇਆ ਹੋਰ ਉੱਚਾ। ਹਾਕੀ ਲੀਗ 'ਚ ਰਾਸ਼ਟਰੀ ਗੀਤ ਉਹ ਕੈਨੇਡਾ ਪੰਜਾਬੀ ਵਿੱਚ ਗਾਇਆ ਗਿਆ। ਗਾਜ਼ਾ ਦੇ ਲੋਕਾਂ ਨੂੰ ਮਿਲੇਗਾ ਕੈਨੇਡਾ ਦਾ ਆਰਜ਼ੀ ਵੀਜ਼ਾ। ਕੈਨੇਡਾ ਸਰਕਾਰ ਦੇ ਐਲਾਨ ਨੇ ਗਾਜ਼ਾ ਲੋਕਾਂ ਦੇ ਚਿਹਰੇ ਤੇ ਲਿਆਂਦੀ ਖੁਸ਼ੀ। ਫੈਡਰਲ ਸਰਕਾਰ ਦੇਵੇਗੀ करीब 500 मिलियन डॉलर ਦੀ ਮਦਦ। ਇਸ ਰਕਮ ਨਾਲ ਟੋਰਾਂਟੋ 'ਚ ਕਿਫਾਇਤੀ ਘਰ ਕੀਤੇ ਜਾਣਗੇ ਤਿਆਰ ਅਤੇ 에ਅਰ ਕੈਨੇਡਾ ਨੂੰ ਲਗਾਇਆ $97,500 ਦਾ ਜੁਰਮਾਨਾ। ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਨੇ 에ਅਰ ਕੈਨੇਡਾ ਖਿਲਾਫ ਕੀਤੀ ਵੱਡੀ ਕਾਰਵਾਈ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੈਨੇਡਾ ਦੀ ਧਰਤੀ ਤੇ 125 ਸਾਲ ਤੋਂ ਵਸਦੇ ਪੰਜਾਬੀਆਂ ਦਾ ਸਿਰ ਉਸ ਵੇਲੇ ਫਖਰ ਨਾਲ ਹੋਰ ਵੀ ਉੱਚਾ ਹੋ ਗਿਆ ਜਦੋਂ ਕੈਨੇਡਾ ਦੇ ਨੈਸ਼ਨਲ ਹਾਕੀ ਲੀਗ ਦੇ ਵਿਨੀਪੈਗ 'ਚ ਹੋਏ ਮੈਚ ਦੌਰਾਨ ਕੈਨੇਡਾ ਦਾ ਰਾਸ਼ਟਰੀ ਗੀਤ ਉਹ ਕੈਨੇਡਾ ਅੰਗਰੇਜ਼ੀ ਦੇ ਨਾਲ ਪੰਜਾਬੀ ਵਿੱਚ ਵੀ ਗਾਇਆ ਗਿਆ। ਇਹ ਪਲ ਯਾਦਗਾਰੀ ਬਣਾਉਣ 'ਚ ਪੰਜਾਬੀ 'ਚ ਉਹ ਕੈਨੇਡਾ ਗਾਣ ਵਾਲੇ ਕੈਨੇਡੀਅਨ ਬੱਚਿਆਂ 'ਚ ਸਿਮਰ ਕੌਰ ਸੈਂਬੀ, ਹਰਨਾਮ ਕੌਰ ਅਤੇ ਗੁਰਜੋਤ ਮਾਨ ਸਮੇਤ ਐਂਬਰ ਟ੍ਰੇਲਜ਼ ਐਲੀਮੈਂਟਰੀ ਸਕੂਲ ਦੇ ਪੰਜਾਬੀ ਵਿਦਿਆਰਥੀ ਵਧਾਈ ਦੇ ਪਾਤਰ ਨੇ। ਸੰਗੀਤਕ ਧੁਨਾਂ ਰਾਹੀਂ ਡਾਕਟਰ ਕਿਰਨਪਾਲ ਕੌਰ ਸਰੋਆ ਦੀ ਅਗਵਾਈ 'ਚ ਇਹਨਾਂ ਪੰਜਾਬੀ ਬੱਚਿਆਂ ਵੱਲੋਂ ਇਹ ਗੀਤ ਪੇਸ਼ ਕੀਤਾ ਗਿਆ। ਗੁਰਮਤ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਹਿਲੇ ਮੁਖੀ ਡਾਕਟਰ ਗੁਰਨਾਮ ਸਿੰਘ ਵੱਲੋਂ ਗੁਰਮਤ ਸੰਗੀਤ ਰਾਹੀਂ ਇਸ ਨੂੰ ਹੋਰ ਖੂਬਸੂਰਤ ਬਣਾਉਣ 'ਚ ਪ੍ਰੇਰਨਾ ਦੇਣਾ ਤੇ ਸਹਾਈ ਹੋਣਾ ਮਾਣ ਵਾਲੀ ਗੱਲ ਹੈ। ਕੈਨੇਡਾ 'ਚ ਰਾਸ਼ਟਰੀ ਗੀਤ ਪੰਜਾਬੀ 'ਚ ਅਨੁਵਾਦਿਤ ਕਰਦਿਆਂ ਡਾਕਟਰ ਗੁਰਨਾਮ ਸਿੰਘ ਦੀ ਪਤਨੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਵਿਦਿਆਰਥੀ ਤੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਰਹੇ ਡਾਕਟਰ ਅੰਮ੍ਰਿਤਪਾਲ ਕੌਰ ਨੇ ਪੰਜਾਬੀ ਸ਼ਬਦ ਲਿਖੇ ਜਿਨ੍ਹਾਂ ਨੂੰ ਕੈਨੇਡੀਅਨ ਪੰਜਾਬੀ ਬੱਚਿਆਂ ਨੇ ਗਾਇਆ। ਇਸ ਤੋਂ ਪਹਿਲਾਂ ਕੈਨੇਡਾ 'ਚ ਹਾਕੀ ਦੀ ਪੰਜਾਬੀ 'ਚ ਕਮੈਂਟਰੀ ਡੇਢ ਦਹਾਕਾ ਪਹਿਲਾਂ ਤੋਂ ਬਹੁਤ ਉਤਸ਼ਾਹ ਨਾਲ ਚੱਲ ਰਹੀ ਹੈ ਜਿਸ ਨੂੰ CBC ਕੈਨੇਡੀਅਨ ਬ੍ਰਾਡਕਾਸਟਿੰਗ ਵੱਲੋਂ ਪ੍ਰਸਾਰਿਤ ਕੀਤਾ ਜਾਂਦਾ ਹੈ। ਇਜ਼ਰਾਈਲ ਹਮਾਸ ਜੰਗ 'ਚ ਘਿਰੇ ਗਾਜ਼ਾ ਦੇ ਲੋਕਾਂ ਦੀ ਹਾਲਤ ਬਹੁਤ ਤਰਸਯੋਗ ਹੈ। ਹਜ਼ਾਰਾਂ ਲੋਕਾਂ ਦੀ ਮੌਤ ਤੋਂ ਬਾਅਦ ਵੀ ਇਹ ਜੰਗ ਰੁਕੀ ਨਹੀਂ ਹੈ। ਗਾਜ਼ਾ ਦੇ ਲੋਕ ਕਿਸੇ ਤਰ੍ਹਾਂ ਬਾਹਰ ਨਿਕਲਣਾ ਚਾਹੁੰਦੇ ਨੇ ਪਰ ਉਹਨਾਂ ਲਈ ਇਹ ਇੰਨਾ ਆਸਾਨ ਨਹੀਂ ਹੈ। ਇਸ ਕਾਰਨ ਉਹ ਡਰ ਦੇ ਮਾਹੌਲ ਵਿੱਚ ਜੀਵਨ ਬਤੀਤ ਕਰਨ ਲਈ ਮਜਬੂਰ ਨੇ। ਇਸੇ ਦੌਰਾਨ ਕੈਨੇਡਾ ਤੋਂ ਆਏ ਇੱਕ ਐਲਾਨ ਨੇ ਗਾਜ਼ਾ ਦੇ ਕਈ ਨਿਵਾਸੀਆਂ ਦੇ ਚਿਹਰਿਆਂ ਤੇ ਖੁਸ਼ੀ ਲੈ ਆਂਦੀ ਹੈ ਕਿਉਂਕਿ ਕੈਨੇਡਾ ਨੇ ਗਾਜ਼ਾ ਪੱਟੀ ਦੇ ਉਹਨਾਂ ਲੋਕਾਂ ਨੂੰ ਆਰਜ਼ੀ ਵੀਜ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਦੇ ਕੈਨੇਡਾ ਵਿੱਚ ਰਿਸ਼ਤੇਦਾਰ ਨੇ। ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਸ ਸਬੰਧ 'ਚ ਕਿਹਾ ਕਿ ਇਹ ਮੁਹਿੰਮ 9 ਜਨਵਰੀ ਤੱਕ ਸ਼ੁਰੂ ਹੋ ਸਕਦੀ ਹੈ। ਹਾਲਾਂਕਿ ਫੈਡਰਲ ਸਰਕਾਰ ਨੇ ਜੰਗ ਪ੍ਰਭਾਵਿਤ ਖੇਤਰ ਤੋਂ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦਾ ਕੋਈ ਭਰੋਸਾ ਨਹੀਂ ਦਿੱਤਾ ਹੈ। ਇਮੀਗ੍ਰੇਸ਼ਨ ਮੰਤਰੀ ਮਿਲਰ ਨੇ ਕਿਹਾ ਹੈ ਕਿ ਸਰਕਾਰ ਦਾ ਧਿਆਨ ਗਾਜ਼ਾ ਤੋਂ 660 ਕੈਨੇਡੀਅਨ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਉਹਨਾਂ ਦੇ ਜੀਵਨ ਸਾਥੀਆਂ ਅਤੇ ਬੱਚਿਆਂ ਨੂੰ ਕੱਢਣ ਤੇ ਹੈ। ਸਰਕਾਰ ਇਹਨਾਂ ਲੋਕਾਂ ਦੀਆਂ ਅਰਜ਼ੀਆਂ ਸਵੀਕਾਰ ਕਰੇਗੀ। ਮਿਲਰ ਨੇ ਕਿਹਾ ਕਿ ਸਰਕਾਰ ਕੈਨੇਡਾ ਵਿੱਚ ਵਿਸਤ੍ਰਿਤ ਪਰਿਵਾਰਕ ਸਬੰਧਾਂ ਵਾਲੇ ਲੋਕਾਂ ਦੀਆਂ ਅਰਜ਼ੀਆਂ ਸਵੀਕਾਰ ਕਰਨਾ ਸ਼ੁਰੂ ਕਰੇਗੀ ਜਿਸ ਵਿੱਚ ਮਾਤਾ-ਪਿਤਾ, ਦਾਦਾ-ਦਾਦੀ, ਭੈਣ-ਭਰਾ ਅਤੇ ਪੋਤੇ-ਪੋਤੀਆਂ ਸ਼ਾਮਿਲ ਨੇ। ਉਹਨਾਂ ਕਿਹਾ ਕਿ ਸਰਕਾਰ ਮਾਪਦੰਡਾਂ ਤੇ ਖਰੇ ਉਤਰਨ ਵਾਲਿਆਂ ਨੂੰ 3 ਸਾਲ ਲਈ ਵੀਜ਼ਾ ਦੇਵੇਗੀ। ਮਿਲਰ ਨੇ ਕਿਹਾ ਕਿ ਉਹ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਇਸ ਮੁਹਿੰਮ ਤਹਿਤ ਕਿੰਨੇ ਲੋਕ ਕੈਨੇਡਾ ਆ ਸਕਦੇ ਨੇ ਪਰ ਉਹਨਾਂ ਕਿਹਾ ਕਿ ਇਹ ਗਿਣਤੀ ਸੈਂਕੜੇ ਵਿੱਚ ਹੋ ਸਕਦੀ ਹੈ। ਇਮੀਗ੍ਰੇਸ਼ਨ ਮੰਤਰੀ ਨੇ ਇਹ ਵੀ ਕਿਹਾ ਕਿ ਗਾਜ਼ਾ ਤੋਂ ਕੈਨੇਡੀਅਨ ਨਾਗਰਿਕਾਂ ਨੂੰ ਕੱਢਣਾ ਮੁਸ਼ਕਿਲ ਰਿਹਾ ਹੈ ਅਤੇ ਸਾਡੀ ਸਮਰੱਥਾ ਸੀਮਿਤ ਹੈ। ਸਿਟੀ ਦੇ ਹਾਊਸਿੰਗ ਸੰਕਟ ਨੂੰ ਕਿਸੇ ਹੱਦ ਤੱਕ ਖਤਮ ਕਰਨ ਲਈ ਟੋਰਾਂਟੋ ਨੂੰ ਫੈਡਰਲ ਸਰਕਾਰ ਵੱਲੋਂ ਲਗਭਗ $500 ਮਿਲੀਅਨ ਦੀ ਮਦਦ ਦਿੱਤੀ ਜਾਵੇਗੀ। ਮੇਅਰ ਓਲੀਵੀਆ ਚਾਓ ਦੀ ਮੌਜੂਦਗੀ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਫੈਡਰਲ ਹਾਊਸਿੰਗ ਮੰਤਰੀ ਵੱਲੋਂ ਟੋਰਾਂਟੋ ਨੂੰ ਹਾਊਸਿੰਗ ਐਕਸਲਰੇਟਰ ਫੰਡ ਵਜੋਂ $471 ਮਿਲੀਅਨ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਨਵੀਂ ਡੀਲ ਨਾਲ ਅਗਲੇ 3 ਸਾਲਾਂ ਦੇ ਅਰਸੇ ਵਿੱਚ 12,000 ਨਵੀਆਂ ਹਾਊਸਿੰਗ ਯੂਨਿਟਸ ਤਿਆਰ ਕੀਤੀਆਂ ਜਾਣਗੀਆਂ। ਇਸ ਮੌਕੇ ਟਰੂਡੋ ਨੇ ਆਖਿਆ ਕਿ ਟੋਰਾਂਟੋ ਬਹੁਤ ਵਧੀਆ ਸਿਟੀ ਹੈ ਤੇ ਇਸ ਨੂੰ ਵਧੀਆ ਰੱਖਣ ਲਈ ਸਾਨੂੰ ਵਧੇਰੇ ਕਿਫਾਇਤੀ ਘਰ ਤਿਆਰ ਕਰਨੇ ਪੈਣਗੇ। ਇਸ ਸਮੇਂ ਘਰਾਂ ਦੀ ਘਾਟ ਪਾਈ ਜਾ ਰਹੀ ਹੈ ਤੇ ਘਰਾਂ ਦੀਆਂ ਕੀਮਤਾਂ ਕਾਫੀ ਉੱਚੀਆਂ ਹੋ ਚੁੱਕੀਆਂ ਨੇ। ਉਹਨਾਂ ਆਖਿਆ ਕਿ ਇਸੇ ਲਈ ਅਸੀਂ ਤੇਜ਼ੀ ਨਾਲ ਵਧੇਰੇ ਘਰ ਬਣਾਉਣ ਵਾਸਤੇ ਹਾਊਸਿੰਗ ਐਕਸਲਰੇਟਰ ਫੰਡ ਤਿਆਰ ਕੀਤਾ ਹੈ। $4 ਬਿਲੀਅਨ ਵਾਲੇ ਇਸ ਫੰਡ ਲਈ ਹਾਊਸਿੰਗ ਸੰਬੰਧੀ ਲੋਕਲ ਸਰਕਾਰਾਂ ਤੋਂ ਹਾਊਸਿੰਗ ਪਲਾਨ ਮੰਗੇ ਜਾਣਗੇ ਤੇ ਇੱਕ ਵਾਰੀ ਮਨਜ਼ੂਰ ਹੋਣ ਤੋਂ ਬਾਅਦ ਨਵੇਂ ਘਰਾਂ ਦੀ ਸਮੇਂ ਸਿਰ ਉਸਾਰੀ ਲਈ ਫੈਡਰਲ ਸਰਕਾਰ ਵਿੱਤੀ ਮਦਦ ਕਰੇਗੀ। ਇਸ ਦੇ ਨਾਲ ਹੀ ਸਮੇਂ ਸਿਰ ਕੰਮ ਪੂਰਾ ਕਰਨ ਵਾਲਿਆਂ ਨੂੰ ਵਾਧੂ ਵਿੱਤੀ ਮਦਦ ਵੀ ਦਿੱਤੀ ਜਾਵੇਗੀ। It is so great to be here. Toronto is our biggest city. It's a world-class city. It's an incredibly vibrant place where every neighborhood is unique, whether it's here in Leslieville or in Mount Pleasant, in the Annex, the Beaches, Scarborough, North York, Cabbagetown, and I could name so many others. Young people come to study here in some of our best universities.
Others are here to pursue the careers of their dreams. Families from around the world come to Toronto to build a better life. It's a great city. And if we want to keep it great, we have to make homes more affordable. People who come here need to be able to afford to build a life and a family. People who were born here need to be able to succeed in the communities where they grew up. We're facing a shortage of housing right now. Whether you own or rent, the prices of homes have become way too high. And that is why we created the Housing Accelerator Fund to build more homes of all types faster. Through this funding, Toronto will make it easier to get projects rolling by simplifying rezoning requirements and modernizing regulations. It'll also update old zoning rules. It'll expand existing affordable rental programs, and it'll build more homes near transit. With today's agreement, the City of Toronto will fast-track 12,000 new homes over the next 3 years, and well over 50,000 new homes over the next decade. We're making real progress today with the 16th Housing Accelerator Fund agreement. ਲਾਸ ਵੇਗਾਸ 'ਚ ਵੀਲਚੇਅਰ ਦੀ ਵਰਤੋਂ ਕਰਨ ਵਾਲੇ ਇੱਕ ਯਾਤਰੀ ਨੂੰ ਇੱਕ ਜਹਾਜ਼ ਤੋਂ ਆਪਣੇ ਆਪ ਨੂੰ ਖਿੱਚਣ ਲਈ ਮਜਬੂਰ ਕਰਨ ਦੇ ਚਲਦਿਆਂ ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਨੇ 에ਅਰ ਕੈਨੇਡਾ ਨੂੰ $97,500 ਦਾ ਜੁਰਮਾਨਾ ਲਗਾਇਆ ਹੈ। ਇੱਕ ਬਿਆਨ 'ਚ ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਨੇ ਕਿਹਾ ਹੈ ਕਿ 에ਅਰਲਾਈਨ ਨੂੰ ਅਪੰਗ ਵਿਅਕਤੀਆਂ ਲਈ ਪਹੁੰਚਯੋਗ ਆਵਾਜਾਈ ਨਿਯਮਾਂ ਦੀਆਂ ਕਈ ਉਲੰਘਣਾਵਾਂ ਲਈ ਭੁਗਤਾਨ ਕਰਨਾ ਚਾਹੀਦਾ ਹੈ। 20 ਅਗਸਤ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪ੍ਰਿੰਸ ਜਾਰਜ ਦੇ ਰਹਿਣ ਵਾਲੇ ਹੋਡਨੀ ਹਾਜਿਨਜ਼ ਜਿਹੜੇ ਕਿ ਸਪੈਸਟਿਕ ਸੈਰੇਬ੍ਰਲ ਤੋਂ ਪੀੜਿਤ ਸਨ ਅਤੇ ਮੋਟਰਾਈਜ਼ਡ ਵੀਲਚੇਅਰ ਦੀ ਵਰਤੋਂ ਕਰਦੇ ਸਨ ਨੂੰ ਲਾਸ ਵੇਗਾਸ ਸ਼ਹਿਰ ਕੈਨੇਡਾ ਦੇ ਅਮਲੇ ਵੱਲੋਂ ਦੱਸਿਆ ਗਿਆ ਕਿ ਜਹਾਜ਼ ਤੋਂ ਉਤਰਨ 'ਚ ਉਹਨਾਂ ਦੀ ਮਦਦ ਕਰਨ ਲਈ ਕੋਈ ਸਹਾਇਤਾ ਉਪਲਬਧ ਨਹੀਂ ਹੈ। ਹਾਜਿਨਜ਼ ਨੇ ਆਪਣੇ ਆਪ ਨੂੰ ਫਰਸ਼ ਤੋਂ ਚੁੱਕਿਆ ਅਤੇ ਆਪਣੀਆਂ ਬਾਹਾਂ ਦੀ ਵਰਤੋਂ ਕਰਦਿਆਂ ਉਹਨਾਂ ਨੇ ਖੁਦ ਨੂੰ ਕਤਾਰ 12 ਤੋਂ ਹਵਾਈ ਜਹਾਜ਼ ਦੇ ਅੱਗੇ ਤੱਕ ਖਿੱਚ ਲਿਆ, ਜਦੋਂ ਕਿ ਉਹਨਾਂ ਦੀ ਮਦਦ ਲਈ ਉਹਨਾਂ ਦੀ ਪਤਨੀ ਪਿੱਛੇ ਸੀ। ਸੀਟੀਏ ਵੱਲੋਂ ਬਿਆਨ 'ਚ ਕਿਹਾ ਗਿਆ 에ਅਰ ਕੈਨੇਡਾ ਇੱਕ ਵੀਲਚੇਅਰ ਉਪਭੋਗਤਾ ਨੂੰ ਆਪਣੇ ਜਹਾਜ਼ 'ਚ ਉਤਾਰਨ 'ਚ ਸਹਾਇਤਾ ਕਰਨ 'ਚ ਅਸਫਲ ਰਿਹਾ ਹੈ। ਇਸ ਤੋਂ ਇਲਾਵਾ ਜਦੋਂ ਯਾਤਰੀ ਟਰਮੀਨਲ 'ਚ ਉਡੀਕ ਕਰ ਰਿਹਾ ਸੀ ਤਾਂ 에ਅਰ ਕੈਨੇਡਾ ਇਹ ਯਕੀਨੀ ਬਣਾਉਣ 'ਚ ਵੀ ਅਸਫਲ ਰਿਹਾ ਹੈ ਕਿ ਉਹਨਾਂ ਦੇ ਕਰਮਚਾਰੀ ਸਮੇਂ-ਸਮੇਂ ਤੇ ਉਸ ਦੀਆਂ ਜ਼ਰੂਰਤਾਂ ਬਾਰੇ ਪੁੱਛਗਿੱਛ ਕਰ ਰਹੇ ਸਨ ਕਿ ਨਹੀਂ। ਨਵੰਬਰ 'ਚ ਵਾਪਰੀ ਇਸ ਘਟਨਾ ਦੇ ਮੀਡੀਆ ਚਾਨ ਮਗਰੋਂ 에ਅਰ ਕੈਨੇਡਾ ਨੂੰ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਲਈ ਓਟਾਵਾ ਬੁਲਾਇਆ ਗਿਆ ਸੀ। ਇਸ ਨੂੰ ਲੈ ਕੇ 에ਅਰ ਕੈਨੇਡਾ ਨੇ ਮਾਫੀ ਮੰਗੀ ਅਤੇ ਕਿਹਾ ਕਿ ਉਹ ਅਪਾਹਜ ਯਾਤਰੀਆਂ ਨਾਲ ਵਿਵਹਾਰ ਕਰਨ ਦੇ ਤਰੀਕੇ ਨੂੰ ਬਿਹਤਰ ਬਣਾਉਣ ਲਈ ਅੰਦਰੂਨੀ ਤੌਰ ਤੇ ਕਈ ਬਦਲਾਅ ਕਰੇਗਾ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਾਲ ਹੀ 'ਚ ਦਿੱਤੇ ਗਏ ਬਿਆਨ ਤੋਂ ਬਾਅਦ ਭਾਰਤ ਨੇ ਕਿਹਾ ਹੈ ਕਿ ਭਾਰਤ ਨੂੰ ਵੀ ਉਮੀਦ ਹੈ ਕਿ ਕੈਨੇਡਾ ਭਾਰਤ ਵਿਰੋਧੀ ਤੱਤਾਂ ਖਿਲਾਫ ਕਾਰਵਾਈ ਕਰੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਨਾਲ ਕੈਨੇਡਾ ਦਾ ਮੁੱਖ ਮੁੱਦਾ ਉੱਥੇ ਕੰਮ ਕਰ ਰਹੀਆਂ ਭਾਰਤ ਵਿਰੋਧੀ ਤਾਕਤਾਂ ਨੂੰ ਦਿੱਤੀ ਗਈ ਛੋਟ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਭਾਰਤ ਵੀ ਕੈਨੇਡਾ ਤੋਂ ਵੱਖਵਾਦੀਆਂ ਅਤੇ ਭਾਰਤ ਵਿਰੋਧੀ ਤੱਤਾਂ ਵਿਰੁੱਧ ਕਾਰਵਾਈ ਦੀ ਉਮੀਦ ਕਰਦਾ ਹੈ। ਅਰਿੰਦਮ ਬਾਗਚੀ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਬੀਤੇ ਦਿਨੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਜਦੋਂ ਤੋਂ ਅਮਰੀਕਾ ਨੇ ਭਾਰਤ ਸਰਕਾਰ ਦੇ ਇੱਕ ਕਰਮਚਾਰੀ ਤੇ ਸਿੱਖ ਵੱਖਵਾਦੀ ਕਾਰਕੁਨ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਰਚਨ ਦਾ ਦੋਸ਼ ਲਗਾਇਆ ਹੈ ਅਤੇ ਚੇਤਾਵਨੀ ਦਿੱਤੀ ਹੈ, ਉਦੋਂ ਤੋਂ ਭਾਰਤ ਦੇ ਰੁਖ 'ਚ ਬਦਲਾਅ ਆਇਆ ਹੈ। ਨਿਖਿਲ ਗੁਪਤਾ ਦੇ ਮਾਮਲੇ ਤੇ ਬੋਲਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਨੇ ਘੱਟੋ-ਘੱਟ 3 ਮੌਕਿਆਂ ਤੇ ਨਿਖਿਲ ਗੁਪਤਾ ਤੱਕ ਕੌਂਸਲਰ ਪਹੁੰਚ ਕੀਤੀ ਸੀ। ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 30 ਜੂਨ ਨੂੰ ਚੈੱਕ ਗਣਰਾਜ 'ਚ ਗ੍ਰਿਫਤਾਰ ਕੀਤਾ ਗਿਆ ਸੀ। ਨਿਖਿਲ ਗੁਪਤਾ ਤੇ ਦੋਸ਼ ਹੈ ਕਿ ਉਹ ਭਾਰਤ ਦੇ ਇੱਕ ਕਥਿਤ ਅਧਿਕਾਰੀ ਦੇ ਸੰਪਰਕ 'ਚ ਸੀ ਅਤੇ ਨਿਖਿਲ ਗੁਪਤਾ ਅਤੇ ਹੋਰ ਲੋਕ ਅਮਰੀਕਾ ਦੇ ਨਿਊਯਾਰਕ 'ਚ ਭਾਰਤੀ ਮੂਲ ਦੇ ਇੱਕ ਵੱਖਵਾਦੀ ਨੇਤਾ ਦੀ ਹੱਤਿਆ ਦੀ ਸਾਜ਼ਿਸ਼ ਰਚ ਰਹੇ ਸਨ। ਅਮਰੀਕੀ ਮੀਡੀਆ ਦਾ ਦਾਅਵਾ ਹੈ ਕਿ ਉਹ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ ਨਿਖਿਲ ਗੁਪਤਾ ਨੇ ਪੰਨੂ ਦਾ ਕਤਲ ਕਰਨ ਲਈ ਇੱਕ ਕਾਤਲ ਨਾਲ ਵੀ ਸੰਪਰਕ ਕੀਤਾ ਸੀ। ਸਰੀ 'ਚ ਇੱਕ ਡੰਪ ਟਰੱਕ ਅਤੇ ਐਸਯੂਵੀ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸਵੇਰੇ ਕਰੀਬ 6:30 ਵਜੇ 80ਵੇਂ ਐਵੇਨਿਊ ਦੇ 12200 ਬਲਾਕ 'ਚ ਵਾਪਰਿਆ। ਹਾਦਸੇ ਬਾਰੇ ਜਾਣਕਾਰੀ ਮਿਲਣ ਮਗਰੋਂ ਐਮਰਜੈਂਸੀ ਅਮਲਾ ਤੁਰੰਤ ਘਟਨਾ ਵਾਲੀ ਥਾਂ ਤੇ ਪਹੁੰਚਿਆ। ਸਰੀ ਆਰਸੀਐਮਪੀ ਨੇ ਇੱਕ ਬਿਆਨ 'ਚ ਕਿਹਾ, ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇੱਕ ਵਿਅਕਤੀ ਨੂੰ ਘਟਨਾ ਸਥਾਨ ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਦੋਹਾਂ ਵਾਹਨਾਂ ਵਿਚਾਲੇ ਹੋਈ ਇਸ ਟੱਕਰ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਅਤੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਅਜੇ ਸ਼ੁਰੂਆਤੀ ਪੜਾਵਾਂ 'ਚ ਹੈ ਅਤੇ ਜਾਂਚਕਰਤਾ ਉਹਨਾਂ ਸਾਰੇ ਕਾਰਕਾਂ ਦੀ ਪਹਿਚਾਣ ਕਰਨ ਲਈ ਕੰਮ ਕਰ ਰਹੇ ਨੇ
जो इस मौत का कारण बने। पुलिस ने पीड़ित की पहचान बारे भी कोई खुलासा नहीं किया है। हादसे के कारणों की जांच करने लई पुलिस वालों 80वें एवेन्यू की स्ट्रैच नूं 124 स्ट्रीट और 120A स्ट्रीट तक बंद कर दिता गया सी, जिस नूं बाद विच खोल दिता गया। स्कारब्रो विच स्टोर विच डाका मारन वाले 2 शकीयां दी पुलिस भाल कर रही है। जांचकारां वालों दी गई जानकारी अनुसार 2 शकीयां ने राती 7 बजे तो बाद प्रोग्रेस एवेन्यू ते बोरे ड्राइव इलाके विच स्कारब्रो टाउन सेंटर विच एक ज्वेलरी स्टोर दे डिस्प्ले केस हथौड़ी की मदद नाल तोड़ दिते ते उथों कई चीज़ां चोरी करके लै गए। छुट्टी उत्ते गए एक पुलिस अधिकारी ते सिक्योरिटी गार्डां वालों शकीयां दा पिछा भी किया गया, पर शकीयां ने उन्हां उत्ते पेपर स्प्रे कर दिता ते चिट्टे रंग दी सिडान विच उथों फरार हो गए। किसी ने गंभीर रूप में जख्मी होने की खबर नहीं है। पुलिस ने दस्सिया कि शक्की कई चीज़ां चोरी करके लै गए, पर अधिकारियों वालों पिछा किए जाण कारण कई चीज़ां उन्हां तों डिग भी पईयां। पहले शक्की संबंधी जारी किए गए वेरवे अनुसार उसदे वाल निक्के ने, उसनूं आखिरी बारी नीले रंग का मैडिकल मास्क, काली जैकेट ते पैंट पाए वेख्या गया। दूजा शक्की पतली कद काठी वाला दस्सिया जा रहा है। उसने काली पैंट, चिट्टे जुत्ते ते संतरी दस्ताने पाए हुए सन। अमरीका ने विद्यार्थियों लई नवीं वीज़ा पॉलिसी तैयार की है। अमरीकी नागरिकता अते इमीग्रेशन सेवा यानी USCIS ने F1 वीज़ा ते अमरीका च कौमांतरी विद्यार्थियों नूं ध्यान च रखते हुए महत्वपूर्ण बदलाव कीते ने। इस नाल विद्यार्थी पहली बार F1 वीज़ा लई सीधा रोजगार आधारित श्रेणी च अप्लाई कर सकते हैं। बयान किया गया है कि F1 वीज़ा विद्यार्थी परमानेंट लेबर सर्टिफिकेशन एप्लीकेशन या प्रवासी वीज़ा पटीशन दे लाभ पात्री हो सकते हैं। अजिहे च अस्थाई म्याद दे प्रवास तो बाद भी वो अपनी इच्छा अनुसार अमरीका च रह सकते हैं। इमीग्रेशन सेवा ने F अते M वीज़ा धारकां लई पॉलिसी गाइडेंस जारी किया है। वीज़ा पॉलिसी च होए बदलाव तो बाद अमरीका च स्टैम डिग्री यानी विज्ञान, तकनीक, इंजीनियरिंग अते गणित डिग्री पूरी करने वाले विद्यार्थियों लई मौकिਆਂ च वाधा होया है। अजिहे च ग्रैजुएट विद्यार्थी हुण शुरुआती पड़ाਅ दे स्टार्टअप च काम करन लई अपने 36 महीनਿਆਂ ਦੇ ऑप्शनल प्रैक्टिकल ट्रेनिंग ਦੀ ਵਰਤੋਂ ਕਰ ਸਕਦੇ ਨੇ। स्टार्टअप ਨੂੰ ट्रेनिंग योजना ਦੀਆਂ ਲੋੜਾਂ ਦੀ ਪਾਲਣਾ ਕਰਨੀ ਪਵੇਗੀ। ई सर्टिफिकेशन ਦੇ ਨਾਲ ਚੰਗੀ ਹਾਲਤ 'ਚ ਰਹਿਣਾ ਹੋਵੇਗਾ ਅਤੇ ਹੋਰ ਲੋੜਾਂ ਨਾਲ ਅਮਰੀਕੀ ਕਿਰਤੀਆਂ ਦੇ ਬਰਾਬਰ ਰਕਮ ਅਦਾ ਕਰਨੀ ਪਵੇਗੀ। F1 वीज़ा अमरीका ਦੇ ਸਿੱਖਿਆ ਪ੍ਰੋਗਰਾਮਾਂ 'ਚ ਦਾਖਲਾ ਲੈਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਵੀਜ਼ਾ ਹੈ। ਇਹ ਵਿਸ਼ੇਸ਼ ਤੌਰ ਤੇ ਉਹਨਾਂ ਵਿਦਿਆਰਥੀਆਂ ਲਈ ਹੈ ਜੋ ਸੰਪੂਰਨ ਸਿੱਖਿਆ ਸਿਲੇਬਸ 'ਚ ਦਾਖਲਾ ਲੈਂਦੇ ਨੇ। ਪਹਿਲਾਂ ਇਹ ਵੀਜ਼ਾ ਪ੍ਰੋਗਰਾਮ ਦੀ ਸ਼ੁਰੂਆਤ ਤੋਂ 30 ਦਿਨ ਪਹਿਲਾਂ ਅਮਰੀਕਾ ਪਹੁੰਚਣ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ 60 ਦਿਨਾਂ ਤੱਕ ਰਹਿਣ ਦੀ ਇਜਾਜ਼ਤ ਦਿੰਦਾ ਸੀ, ਪਰ ਹੁਣ ਇਸ 'ਚ ਬਦਲਾਅ ਹੋਇਆ ਹੈ। ਇਹ ਵੀਜ਼ਾ ਉਹਨਾਂ ਵਿਦਿਆਰਥੀਆਂ ਲਈ ਬਣਾਇਆ ਗਿਆ ਹੈ ਜੋ ਅਮਰੀਕਾ 'ਚ ਕਮਰਸ਼ੀਅਲ ਅਤੇ ਗੈਰ ਸਿੱਖਿਅਕ ਸਿਲੇਬਸਾਂ 'ਚ ਦਾਖਲਾ ਲੈਂਦੇ ਨੇ। M1 ਵੀਜ਼ਾ ਧਾਰਕਾਂ ਕੋਲ ਰੋਜ਼ਗਾਰ ਦੇ ਬਦਲ ਸੀਮਿਤ ਹੁੰਦੇ ਨੇ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ 2023 'ਚ ਕੁਆਡ ਰਾਹੀਂ ਭਾਰਤ ਅਤੇ ਅਮਰੀਕਾ ਵਿਚਕਾਰ ਭਾਈਵਾਲੀ ਹੋਰ ਮਜ਼ਬੂਤ ਹੋਈ ਹੈ। ਬਲਿੰਕਨ ਨੇ ਇਹ ਪ੍ਰਤੀਕਰਮ ਸਾਲ ਦੇ ਅਖੀਰ 'ਚ ਹੋਣ ਵਾਲੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤਾ ਹੈ। ਬਲਿੰਕਨ ਨੇ ਕਿਹਾ ਹੈ ਕਿ ਅਮਰੀਕਾ ਦੀਆਂ ਹਿੰਦ ਪ੍ਰਸ਼ਾਂਤ ਖਿੱਤੇ 'ਚ ਪਹਿਲਾਂ ਕਦੇ ਵੀ ਭਾਈਵਾਲੀਆਂ ਇੰਨੀਆਂ ਮਜ਼ਬੂਤ ਨਹੀਂ ਸਨ ਅਤੇ ਮੁਲਕ ਚੀਨ ਨਾਲ ਰਲ ਕੇ ਕੰਮ ਕਰਨਾ ਜਾਰੀ ਰੱਖੇਗਾ। ਉਹਨਾਂ ਕਿਹਾ ਕਿ ਬਾਈਡਨ ਨੇ ਕੈਂਪ ਡੇਵਿਡ 'ਚ ਇਤਿਹਾਸਿਕ ਸਿਖਰ ਸੰਮੇਲਨ ਕਰਕੇ ਜਾਪਾਨ ਅਤੇ ਦੱਖਣੀ ਕੋਰੀਆ ਨਾਲ ਸਬੰਧ ਹੋਰ ਮਜ਼ਬੂਤ ਕੀਤੇ ਨੇ। ਪਾਬੰਦੀਸ਼ੁਦਾ ਸੰਗਠਨ ਸਿੱਖ ਫॉर ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਆਰੋਪੀ ਨਿਖਿਲ ਗੁਪਤਾ ਨੂੰ 3 ਵਾਰ ਕੌਂਸਲਰ ਪਹੁੰਚ ਦਿੱਤੀ ਗਈ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਨਿਖਿਲ ਗੁਪਤਾ ਇਸ ਸਮੇਂ ਚੈੱਕ ਗਣਰਾਜ ਦੀ ਜੇਲ੍ਹ ਵਿੱਚ ਬੰਦ ਨੇ। ਉਸ ਨੂੰ ਪ੍ਰਾਗ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦਰਅਸਲ ਜਦੋਂ ਇੱਕ ਦੇਸ਼ ਦਾ ਵਿਅਕਤੀ ਦੂਜੇ ਦੇਸ਼ ਵਿੱਚ ਕੈਦ ਹੁੰਦਾ ਹੈ ਤਾਂ ਕੌਂਸਲਰ ਪਹੁੰਚ ਦੇ ਤਹਿਤ ਜੇਲ੍ਹ ਵਿੱਚ ਬੰਦ ਵਿਅਕਤੀ ਦੇ ਦੇਸ਼ ਦੇ ਡਿਪਲੋਮੈਟ ਜਾਂ ਅਧਿਕਾਰੀ ਨੂੰ ਉਸ ਕੈਦੀ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਇੱਕ ਭਾਰਤੀ ਨਾਗਰਿਕ ਇਸ ਸਮੇਂ ਚੈੱਕ ਅਧਿਕਾਰੀਆਂ ਦੀ ਹਿਰਾਸਤ ਵਿੱਚ ਹੈ ਅਤੇ ਉਸ ਦੀ ਅਮਰੀਕਾ ਹਵਾਲਗੀ ਦੀ ਪ੍ਰਕਿਰਿਆ ਲੰਬਿਤ ਹੈ। ਸਾਨੂੰ 3 ਮੌਕਿਆਂ ਤੇ ਕੌਂਸਲਰ ਪਹੁੰਚ ਮਿਲੀ ਹੈ। ਅਸੀਂ ਲੋੜ ਅਨੁਸਾਰ ਉਸ ਵਿਅਕਤੀ ਨੂੰ ਕੌਂਸਲਰ ਸਹਾਇਤਾ ਵੀ ਪ੍ਰਦਾਨ ਕਰ ਰਹੇ ਹਾਂ। ਉਹਨਾਂ ਕਿਹਾ ਕਿ ਇਸ ਵਿਅਕਤੀ ਦੇ ਪਰਿਵਾਰ ਨੇ ਭਾਰਤੀ ਸੁਪਰੀਮ ਕੋਰਟ ਵਿੱਚ ਮਦਦ ਲਈ ਪਟੀਸ਼ਨ ਦਾਇਰ ਕੀਤੀ ਹੈ। ਫਿਲਹਾਲ ਅਸੀਂ ਇਸ ਮਾਮਲੇ ਤੇ ਕੁਝ ਨਹੀਂ ਕਹਾਂਗੇ। ਅਸੀਂ ਸੁਪਰੀਮ ਕੋਰਟ ਦੀ ਟਿੱਪਣੀ ਦਾ ਇੰਤਜ਼ਾਰ ਕਰਾਂਗੇ। ਪਿਛਲੇ ਹਫਤੇ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਆਰੋਪੀ ਨਿਖਿਲ ਗੁਪਤਾ ਦੇ ਪਰਿਵਾਰ ਨੇ ਭਾਰਤੀ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਗੁਪਤਾ ਦੇ ਪਰਿਵਾਰ ਦਾ ਕਹਿਣਾ ਸੀ ਕਿ ਨਿਖਿਲ ਨੂੰ ਚੈੱਕ ਗਣਰਾਜ ਦੀ ਜੇਲ੍ਹ ਵਿੱਚ ਗੈਰ ਕਾਨੂੰਨੀ ਢੰਗ ਨਾਲ ਕੈਦ ਕੀਤਾ ਗਿਆ ਹੈ। ਜੇਲ੍ਹ ਵਿੱਚ ਉਸ ਨੂੰ ਜ਼ਬਰਦਸਤੀ ਸੂਰ ਅਤੇ ਗਊ ਦਾ ਮਾंस ਖਾਣ ਲਈ ਦਿੱਤਾ ਗਿਆ ਹੈ।
ਜੋ ਕਿ ਹਿੰਦੂ ਰੀਤੀ ਰਿਵਾਜ਼ਾਂ ਦੇ ਵਿਰੁੱਧ ਹੈ। ਦੱਸ ਦਈਏ ਕਿ ਅਮਰੀਕੀ ਸਰਕਾਰ ਨੇ ਦੋਸ਼ ਲਾਇਆ ਸੀ ਕਿ ਨਿਊਯਾਰਕ 'ਚ ਪੰਨੂ ਤੇ ਜਾਨਲੇਵਾ ਹਮਲਾ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਇਸ ਸਾਜ਼ਿਸ਼ ਵਿੱਚ ਭਾਰਤ ਦਾ ਹੱਥ ਸੀ। ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਹਮਲਾ ਕਿਸ ਦਿਨ ਹੋਣ ਵਾਲਾ ਸੀ। ਅਮਰੀਕਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਇੱਥੇ ਵਾਪਰੇ ਸੜਕ ਹਾਦਸੇ ਵਿੱਚ ਭਾਰਤੀ ਮੂਲ ਦੇ ਡਰਾਈਵਰ ਦੀ ਮੌਤ ਹੋ ਜਾਣ ਦੀ ਜਾਣਕਾਰੀ ਹੈ। ਬੀਤੇ ਦਿਨ 4:30 ਵਜੇ ਦੇ ਕਰੀਬ ਇੱਕ ਕਾਰ ਜੋ ਰੂਟ I-690 ਤੇ ਪੂਰਬ ਵੱਲ ਨੂੰ ਜਾ ਰਹੀ ਸੀ, ਇਸ ਰੂਟ ਤੇ ਕਈ ਫੁੱਟ ਪਾਣੀ ਹੋਣ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਪਲਟ ਗਈ। ਕਾਰ ਪਲਟਣ ਮਗਰੋਂ ਇੱਕ ਖੱਡ ਵਿੱਚ ਜਾ ਡਿੱਗੀ। ਕਾਰ ਵਿੱਚ ਸਵਾਰ ਡਰਾਈਵਰ ਇੱਕ ਭਾਰਤੀ ਸੀ, ਜਿਸ ਦੀ ਪਛਾਣ 44 ਸਾਲਾ ਉਦੇ ਭਾਨੂ ਅੰਜਨ ਪੱਲੀ ਵਜੋਂ ਹੋਈ ਹੈ। ਇਹ ਸੜਕ ਹਾਦਸਾ ਕੋਹੋਜ਼, ਨਿਊਯਾਰਕ, ਮਿਡਲਰ ਅਤੇ ਥੌਮਸਨ ਰੋਡ ਨਿਕਾਸ ਵਿਚਕਾਰ ਵਾਪਰਿਆ ਹੈ। ਉਸ ਨੂੰ ਗੰਭੀਰ ਹਾਲਤ ਵਿੱਚ ਅਪਸਟੇਟ ਨਿਊਯਾਰਕ ਦੇ ਹਸਪਤਾਲ ਲਿਜਾਇਆ ਗਿਆ। ਸਾਇਰਾਕਿਊਜ਼ ਦੀ ਪੁਲਿਸ ਅਨੁਸਾਰ ਬਾਅਦ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਾਲ 2024 ਦੀ ਅਮਰੀਕੀ ਰਾਸ਼ਟਰਪਤੀ ਚੋਣ ਲਈ ਡੋਨਾਲਡ ਟਰੰਪ ਨੂੰ ਅਯੋਗ ਠਹਿਰਾਉਣ ਲਈ ਕਈ ਅਮਰੀਕੀ ਰਾਜਾਂ ਵਿੱਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਕਾਨੂੰਨੀ ਕੋਸ਼ਿਸ਼ ਨੇ ਕੋਲੋਰਾਡੋ ਵਿੱਚ ਹੈਰਾਨੀਜਨਕ ਜਿੱਤ ਦਰਜ ਕਰ ਲਈ ਹੈ। ਇਸ ਪ੍ਰਕਿਰਿਆ ਵਿੱਚ ਅਮਰੀਕੀ ਸੰਵਿਧਾਨ ਦੇ ਬਹੁਤ ਹੀ ਘੱਟ ਵਰਤੇ ਜਾਣ ਵਾਲੇ ਉਪਬੰਧ 24ਵੀਂ ਸੋਧ ਦੀ ਧਾਰਾ 3 ਦੀ ਵਰਤੋਂ ਕਰਕੇ ਟਰੰਪ ਨੂੰ ਮੁੱਢਲੇ ਮਤਦਾਨ ਤੋਂ ਰੋਕਣ ਦੀ ਕੋਸ਼ਿਸ਼ ਕਰਨਾ ਸ਼ਾਮਲ ਹੈ, ਜੋ ਦੇਸ਼ ਦੇ ਖਿਲਾਫ ਵਿਦਰੋਹ ਜਾਂ ਬਗਾਵਤ ਵਿੱਚ ਸ਼ਾਮਲ ਲੋਕਾਂ ਨੂੰ ਸੰਘੀ ਅਹੁਦੇ ਤੇ ਬਣੇ ਰਹਿਣ ਤੋਂ ਰੋਕਦਾ ਹੈ। ਸ਼ੁਰੂਆਤ ਵਿੱਚ ਉਦਾਰਵਾਦੀ ਕਾਰਕੁਨਾਂ ਦੁਆਰਾ ਸਮਰਥਨ ਪ੍ਰਾਪਤ ਇਸ ਥਿਊਰੀ ਨੂੰ ਹਾਲ ਹੀ ਦੇ ਮਹੀਨਿਆਂ ਵਿੱਚ ਜ਼ਿਆਦਾ ਪ੍ਰਮੁੱਖਤਾ ਮਿਲੀ, ਕਿਉਂਕਿ ਕੁਝ ਰੂੜੀਵਾਦੀਆਂ ਨੇ ਵੀ ਇਸ ਨੂੰ ਅਪਣਾ ਲਿਆ ਹੈ। ਕੋਲੋਰਾਡੋ ਸੁਪਰੀਮ ਕੋਰਟ ਨੇ ਇਸ ਥਿਊਰੀ ਦਾ ਪੱਖ ਲੈਣ ਵਿੱਚ ਪਹਿਲ ਕੀਤੀ, ਜਿਸ ਨਾਲ ਕ੍ਰਿਸਮਸ ਤੋਂ ਇੱਕ ਹਫ਼ਤੇ ਪਹਿਲਾਂ ਪ੍ਰਕਾਸ਼ਿਤ ਇੱਕ ਫੈਸਲੇ ਵਿੱਚ ਟਰੰਪ ਨੂੰ ਦੇਸ਼ ਦੇ 2024 ਦੇ ਰਾਸ਼ਟਰਪਤੀ ਪਦ ਦੀ ਚੋਣ ਤੋਂ ਹਟਾ ਦਿੱਤਾ ਗਿਆ ਸੀ। ਇਹ ਪਹਿਲੀ ਵਾਰ ਹੈ ਕਿ 14ਵੀਂ ਸੋਧ ਦੀ ਧਾਰਾ 3 ਦੀ ਵਰਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਅਯੋਗ ਠਹਿਰਾਉਣ ਲਈ ਕੀਤੀ ਗਈ ਹੈ। ਅਪੀਲ ਲੰਬਿਤ ਰਹਿਣ ਤੱਕ ਇਹ ਫੈਸਲਾ ਜਨਵਰੀ ਤੱਕ ਰੁਕਿਆ ਹੋਇਆ ਹੈ ਅਤੇ ਕੋਲੋਰਾਡੋ ਤੋਂ ਬਾਹਰਲੇ ਰਾਜਾਂ ਤੇ ਲਾਗੂ ਨਹੀਂ ਹੁੰਦਾ। ਦੂਜੇ ਰਾਜਾਂ ਵਿੱਚ ਟਰੰਪ ਨੂੰ ਚੋਣ ਤੋਂ ਬਾਹਰ ਕਰਨ ਦੀਆਂ ਕਈ ਕੋਸ਼ਿਸ਼ਾਂ ਹੁਣ ਤੱਕ ਅਸਫਲ ਰਹੀਆਂ ਨੇ। ਆਲੋਚਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਜਿਹੇ ਮਾਮਲੇ ਅੱਗੇ ਵੱਧਦੇ ਨੇ ਤਾਂ ਇਸ ਨਾਲ ਸਾਬਕਾ ਰਾਸ਼ਟਰਪਤੀ ਨੂੰ ਵਾਈਟ ਹਾਊਸ ਵਿੱਚ ਵਾਪਸ ਜਾਣਾ ਚਾਹੀਦਾ ਹੈ ਜਾਂ ਨਹੀਂ, ਇਸ ਤੇ ਆਪਣਾ ਫੈਸਲਾ ਦੇਣ ਦਾ ਵੋਟਰਾਂ ਦਾ ਅਧਿਕਾਰ ਖੋਣ ਦਾ ਖਤਰਾ ਹੈ। 3 ਹੋਰ ਰਾਜਾਂ ਵਿੱਚ ਅਜਿਹੀਆਂ ਚੁਣੌਤੀਆਂ ਪਹਿਲਾਂ ਹੀ ਰੁਕੀਆਂ ਹੋਈਆਂ ਨੇ। ਨਿਊ ਹੈਂਪਸ਼ਾਇਰ ਵਿੱਚ ਇੱਕ ਮੁਕੱਦਮਾ ਖਾਰਿਜ ਕਰ ਦਿੱਤਾ ਗਿਆ। ਮਿਸ਼ੀਗਨ ਵਿੱਚ ਇੱਕ ਜੱਜ ਨੇ ਫੈਸਲਾ ਸੁਣਾਇਆ ਕਿ ਇਹ ਇੱਕ ਗੈਰ ਇਨਸਾਫੀ ਰਾਜਨੀਤਿਕ ਮੁੱਦਾ ਹੈ, ਜਿਸ ਦਾ ਫੈਸਲਾ ਕਾਂਗਰਸ ਵੱਲੋਂ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਰਾਜ ਵੱਲੋਂ। ਇਸ ਦੇ ਨਾਲ ਹੀ ਮਿਨੇਸੋਟਾ ਦੀ ਇੱਕ ਅਦਾਲਤ ਨੇ ਮੁੱਢਲੀ ਚੋਣ ਤੋਂ ਪਹਿਲਾਂ ਦੀ ਕੋਸ਼ਿਸ਼ ਨੂੰ ਖਾਰਿਜ ਕਰ ਦਿੱਤਾ, ਪਰ ਪਟੀਸ਼ਨਰਾਂ ਲਈ ਆਮ ਚੋਣ ਬੈਲਟ ਤੇ ਇੱਕ ਹੋਰ ਚੁਣੌਤੀ ਦਾਇਰ ਕਰਨ ਲਈ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ ਹੈ। ਪਹਿਲਾਂ ਨਾ ਪਰਖਿਆ ਗਿਆ ਇਹ ਕਾਨੂੰਨੀ ਦਾਅ ਸਾਬਕਾ ਰਾਸ਼ਟਰਪਤੀ ਦੀ ਉਮੀਦਵਾਰੀ ਨੂੰ ਰੋਕਣ ਦਾ ਆਖਰੀ ਯਤਨ ਹੈ, ਜੋ ਆਪਣੇ ਆਧਾਰ ਨਾਲ ਹਰਮਨ ਪਿਆਰਾ ਬਣਿਆ ਹੋਇਆ ਹੈ। ਇਸ ਦਾ ਅੰਤਿਮ ਆਰਬਿਟਰ ਸੰਭਾਵੀ ਤੌਰ ਤੇ ਕੰਜ਼ਰਵੇਟਿਵ ਸੁਪਰੀਮ ਕੋਰਟ ਹੋਵੇਗਾ, ਜਿਸ ਨੂੰ ਟਰੰਪ ਨੇ ਸ਼ੇਪ ਦੇਣ ਵਿੱਚ ਸਹਾਇਤਾ ਕੀਤੀ ਸੀ। ਕੋਲੋਰਾਡੋ ਕੇਸ ਵਿੱਚ ਅਜਿਹਾ ਜਾਪਦਾ ਹੈ ਕਿ ਉਸ ਦੀ ਮੁਹਿੰਮ ਦਾ ਉਦੇਸ਼ ਉਹਨਾਂ ਦੀਆਂ ਦਲੀਲਾਂ ਨੂੰ ਦੇਸ਼ ਦੇ ਅੰਤਿਮ ਕਾਨੂੰਨੀ ਸਾਲਸ ਦੇ ਸਾਹਮਣੇ ਲਿਆਉਣਾ ਹੈ। ਅਮਰੀਕਾ ਦੇ ਜਾਰਜੀਆ ਰਾਜ ਵਿੱਚ ਇੱਕ 56 ਸਾਲਾ ਭਾਰਤੀ ਮੂਲ ਦੇ ਟੈਕਸ ਰਿਟਰਨ ਤਿਆਰ ਕਰਨ ਵਾਲੇ ਨੂੰ ਟੈਕਸ ਚੋਰੀ ਦਾ ਦੋਸ਼ੀ ਮੰਨਣ ਤੋਂ ਬਾਅਦ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਟੇਟ ਸਬੋਰੋ ਦੇ ਸਮੀਰ ਪਟੇਲ ਨੂੰ ਸੰਯੁਕਤ ਰਾਜ ਅਮਰੀਕਾ ਨੂੰ ਮੁਆਵਜ਼ੇ ਵਜੋਂ ਲਗਭਗ $5,50,000 ਦਾ ਭੁਗਤਾਨ ਕਰਨ, $95,000 ਦਾ ਜੁਰਮਾਨਾ ਅਤੇ ਉਸ ਦੀ ਕੈਦ ਦੀ ਮਿਆਦ ਪੂਰੀ ਹੋਣ ਤੇ 3 ਸਾਲਾਂ ਦੀ ਨਿਗਰਾਨੀ ਹੇਠ ਰਿਹਾਈ ਦੀ ਸੇਵਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਜਾਰਜੀਆ ਦੇ ਦੱਖਣੀ ਜ਼ਿਲ੍ਹੇ ਲਈ ਅਮਰੀਕੀ ਅਟਾਰਨੀ ਜਿਲ ਈ ਸਟੇਨਬਰਗ ਨੇ ਕਿਹਾ, ਸਾਡੇ ਦੇਸ਼ ਦਾ ਬਹੁਤਾ ਸੰਚਾਲਨ ਮਾਲੀਆ ਆਮਦਨ ਕਰ ਪ੍ਰਣਾਲੀ ਵਿੱਚ ਨਾਗਰਿਕਾਂ ਦੀ ਕਾਨੂੰਨੀ ਭਾਗੀਦਾਰੀ ਤੇ ਨਿਰਭਰ ਕਰਦਾ ਹੈ ਅਤੇ ਜੋ ਲੋਕ ਆਪਣੀਆਂ ਜ਼ਿੰਮੇਵਾਰੀਆਂ ਤੋਂ ਬਚਦੇ ਨੇ ਉਹ ਹਰ ਕਿਸੇ ਤੇ ਵਧੇਰੇ ਬੋਝ ਪਾਉਂਦੇ ਨੇ। ਇਹ ਵਾਕ ਸਿਸਟਮ ਨੂੰ ਧੋਖਾ ਦੇਣ ਦੀ ਕੋਸ਼ਿਸ਼ ਦੇ ਮਹੱਤਵਪੂਰਨ ਨਤੀਜਿਆਂ ਨੂੰ ਦਰਸਾਉਂਦਾ ਹੈ। ਅਦਾਲਤੀ ਦਸਤਾਵੇਜ਼ਾਂ ਅਤੇ ਗਵਾਹੀਆਂ ਦੇ ਅਨੁਸਾਰ ਪਟੇਲ ਇੱਕ ਰਾਸ਼ਟਰੀ ਟੈਕਸ ਰਿਟਰਨ ਤਿਆਰ ਕਰਨ ਵਾਲੇ ਨੇ। 2015 ਵਿੱਚ ਕਲੌਕਸਟਨ ਵਿੱਚ ਕਾਰੋਬਾਰ ਦੀ ਇੱਕ ਫਰੈਂਚਾਈਜ਼ੀ ਖਰੀਦੀ ਸੀ। ਮਾਲਕ ਹੋਣ ਦੇ ਨਾਤੇ ਉਸਨੇ ਟੈਕਸ ਤਿਆਰ ਕਰਨ ਵਾਲਿਆਂ ਨੂੰ ਨੌਕਰੀ ਤੇ ਰੱਖਿਆ, ਸਿਖਲਾਈ ਦਿੱਤੀ ਅਤੇ ਨਿਗਰਾਨੀ ਕੀਤੀ ਅਤੇ ਗਾਹਕਾਂ ਲਈ ਰਿਟਰਨ ਤਿਆਰ ਕਰਨਾ ਜਾਰੀ ਰੱਖਿਆ। ਪਟੇਲ ਨੇ ਹਾਲਾਂਕਿ ਜਾਣਬੁੱਝ ਕੇ ਝੂਠੀ ਇਨਕਮ ਟੈਕਸ ਰਿਟਰਨ ਦਾਇਰ ਕੀਤੀ, ਜਿਸ ਵਿੱਚ $1.28 ਮਿਲੀਅਨ ਤੋਂ ਵੱਧ ਦੀ ਆਮਦਨ ਨੂੰ ਛੱਡ ਦਿੱਤਾ ਗਿਆ, ਜਿਸ ਵਿੱਚ S&W ਅਮਿਊਜ਼ਮੈਂਟਸ ਨਾਮ ਦੀ ਇੱਕ ਕੰਪਨੀ ਤੋਂ ਲਗਭਗ $1.18 ਮਿਲੀਅਨ ਵੀ ਸ਼ਾਮਲ ਨੇ ਅਤੇ ਸਾਲ 2015, 2016 ਅਤੇ 2017 ਲਈ ਆਪਣੇ ਨਿੱਜੀ ਟੈਕਸਾਂ ਦੇ ਸਹੀ ਮੁਲਾਂਕਣ ਤੋਂ ਬਚਿਆ। S&W ਅਮਿਊਜ਼ਮੈਂਟਸ ਨੇ ਸੁਵਿਧਾ ਸਟੋਰਾਂ ਅਤੇ ਗੈਸ ਸਟੇਸ਼ਨਾਂ ਵਿੱਚ ਸਿੱਕਾ ਸੰਚਾਲਿਤ ਮਨੋਰੰਜਨ ਮਸ਼ੀਨਾਂ ਰੱਖੀਆਂ।
ਉਸ ਦੀ ਸਜ਼ਾ ਦੇ ਹਿੱਸੇ ਵਜੋਂ ਪਟੇਲ ਨੂੰ ਦੂਜਿਆਂ ਲਈ ਜਾਂ ਉਹਨਾਂ ਸੰਸਥਾਵਾਂ ਲਈ ਟੈਕਸ ਰਿਟਰਨ ਤਿਆਰ ਕਰਨ ਦੀ ਮਨਾਹੀ ਹੈ ਜਿਸ ਵਿੱਚ ਉਸ ਦੀ ਨਿਗਰਾਨੀ ਅਧੀਨ ਰਿਹਾਈ ਦੀ ਮਿਆਦ ਦੌਰਾਨ ਕੋਈ ਦਿਲਚਸਪੀ ਨਹੀਂ ਹੈ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਮੁੱਖ ਖਬਰਾਂ ਤੇ। ਕੈਨੇਡਾ 'ਚ ਪੰਜਾਬੀਆਂ ਦਾ ਸਿਰ ਫਖਰ ਨਾਲ ਹੋਇਆ ਹੋਰ ਉੱਚਾ। ਹਾਕੀ ਲੀਗ 'ਚ ਰਾਸ਼ਟਰੀ ਗੀਤ "ਉਹ ਕੈਨੇਡਾ" ਪੰਜਾਬੀ ਵਿੱਚ ਗਾਇਆ ਗਿਆ। ਗਾਜ਼ਾ ਦੇ ਲੋਕਾਂ ਨੂੰ ਮਿਲੇਗਾ ਕੈਨੇਡਾ ਦਾ ਆਰਜ਼ੀ ਵੀਜ਼ਾ। ਕੈਨੇਡਾ ਸਰਕਾਰ ਦੇ ਐਲਾਨ ਨੇ ਗਾਜ਼ਾ ਲੋਕਾਂ ਦੇ ਚਿਹਰੇ ਤੇ ਲਿਆਂਦੀ ਖੁਸ਼ੀ। ਫੈਡਰਲ ਸਰਕਾਰ ਦੇਵੇਗੀ ਕਰੀਬ $500 ਮਿਲੀਅਨ ਦੀ ਮਦਦ। ਇਸ ਰਕਮ ਨਾਲ ਟੋਰਾਂਟੋ 'ਚ ਕਿਫਾਇਤੀ ਘਰ ਕੀਤੇ ਜਾਣਗੇ ਤਿਆਰ ਅਤੇ 에ਅਰ ਕੈਨੇਡਾ ਨੂੰ ਲਗਾਇਆ $97,500 ਦਾ ਜੁਰਮਾਨਾ। ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਨੇ 에ਅਰ ਕੈਨੇਡਾ ਖਿਲਾਫ ਕੀਤੀ ਵੱਡੀ ਕਾਰਵਾਈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਰਚਨਾ ਸੇਵਕ ਨੂੰ ਦੇ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।